ਵਾਹਿਗੁਰੂ 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 ਵਾਹਿਗੁਰੂ। ਪੋਹ ਦਾ ਮਹੀਨਾ ਸੰਪੂਰਨ ਹੋਇਆ ਤੇ ਸਤਿਗੁਰੂ ਜੀ ਨੇ ਅੱਜ ਤੋਂ ਮਾਘ ਦੇ ਮਹੀਨੇ ਦੀ ਆਰੰਭਤਾ ਆਪ ਕਰਵਾਈ ਹੈ। 12 ਮਹੀਨੇ ਨੇ ਸਾਲ ਦੇ। ਸੂਰਜ ਦੀਆਂ ਸਾਧ ਸੰਗਤ ਜੀ 12 ਰਾਸ਼ੀਆਂ ਮੰਨੀਆਂ ਨੇ। ਇਸੇ ਪ੍ਰਕਾਰ ਅੱਜ ਜਿਹੜਾ ਸੂਰਜ ਹੈ ਇਹ ਮਕਰ ਰਾਸ਼ੀ ਦੇ ਅੰਦਰ ਜਾ ਕੇ ਪ੍ਰਵੇਸ਼ ਕਰਦਾ ਹੈ। ਜਦੋਂ ਇੱਕ ਰਾਸ਼ੀ ਵਿੱਚੋਂ ਨਿਕਲ ਕੇ ਦੂਸਰੀ ਰਾਸ਼ੀ ਦੇ ਅੰਦਰ ਜਾਵੇ, ਸੂਰਜ ਦੀ ਚਾਲ ਵਿੱਚ ਫਰਕ ਪੈਂਦਾ, ਤਬਦੀਲੀ ਆਉਂਦੀ ਹੈ। ਉੱਥੋਂ ਫਿਰ ਇਹ ਮਹੀਨੇ ਬਣਦੇ ਤੇ ਰੁੱਤਾਂ ਬਦਲਦੀਆਂ ਨੇ। ਤੇ ਹੈਮਕਰ ਜਿਹੜੀ ਰੁੱਤ ਹੈ, ਇਹ ਮਾਘ ਅਤੇ ਫੱਗਣ ਦੇ 2 ਮਹੀਨਿਆਂ ਵਿੱਚ ਇਹ ਰੁੱਤ ਹੈਮਕਰ ਰੁੱਤ ਚੱਲੇਗੀ। ਸੋ ਇਹ ਜਿਹੜੀ ਮਾਘ ਦਾ ਮਹੀਨਾ ਹੈ, ਇਸ ਦੀ ਬਹੁਤ ਵੱਡੀ ਮਹਾਨਤਾ। ਸਾਡੇ ਸਿੱਖ ਧਰਮ ਦੇ ਅੰਦਰ ਧੰਨ ਪਿਤਾ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਜੀ ਨੇ 1 ਮਾਘ 1645 ਬਿਕਰਮੀ ਨੂੰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਪਾਵਨ ਪਵਿੱਤਰ ਅਸਥਾਨ ਦਾ ਜਿਹੜਾ ਸਾਧ ਸੰਗਤ ਜੀ ਨੀਂਹ ਪੱਥਰ ਰੱਖਿਆ। ਅੱਜ ਦੇ ਇਸ ਸ਼ੁਭ ਦਿਹਾੜੇ ਇਹ ਪਾਵਨ ਜਿਹੜਾ ਸਰੋਵਰ ਸੀ, ਸਤਿਗੁਰੂ ਪਾਤਸ਼ਾਹ ਜੀ ਨੇ ਜਲ ਇਹਦਾ ਸੁਕਾ ਦਿੱਤਾ ਸੀ। ਇਸ ਦੇ ਵਿੱਚ ਸੰਗਤਾਂ ਨੂੰ ਬੈਠਣ ਵਾਸਤੇ ਅੱਜ ਦੇ ਦਿਨ ਜਿਹੜਾ ਦੀਵਾਨ ਸੀ ਸਰੋਵਰ ਦੇ ਵਿੱਚ ਲਾਇਆ ਗੁਰੂ ਅਰਜਨ ਦੇਵ ਸਾਹਿਬ ਜੀ ਨੇ। ਸੰਗਤਾਂ ਨੂੰ ਫਿਰ ਸੰਕਲਪ ਤੋਂ ਜਾਣੂ ਕਰਵਾਇਆ ਕਿ ਪਿਤਾ ਗੁਰੂ ਰਾਮਦਾਸ ਸਾਹਿਬ ਮਹਾਰਾਜ ਜੀ ਦਾ ਜਿਹੜਾ ਸੰਕਲਪ ਸੀ, ਸਾਧ ਸੰਗਤ ਜੀ ਅਕਾਲ ਪੁਰਖ ਪਰਮਾਤਮਾ ਵਾਹਿਗੁਰੂ ਜੀ ਦਾ ਜਿਹੜਾ ਅਨੁਭਵ ਹੈ ਉਹ ਇਸ ਸਥਾਨ ਤੇ ਸਖਿਆਤ ਕੀਤਾ ਜਾਵੇਗਾ। ਭਾਵ ਇੱਥੇ ਸੱਚਖੰਡ ਦਾ ਨਿਰਮਾਣ ਕੀਤਾ ਜਾਣਾ। ਹਰਿਮੰਦਰ ਸਾਹਿਬ ਦੀ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਕਹਿਣ ਲੱਗੇ ਅੱਜ ਨੀਂਹ ਰੱਖੀ ਜਾਵੇਗੀ। ਕੜਾਹ ਪ੍ਰਸ਼ਾਦ ਦੀਆਂ ਦੇਗਾਂ ਸਜਾਈਆਂ ਗਈਆਂ। ਦੀਵਾਨ ਦੀ ਸਮਾਪਤੀ ਤੋਂ ਉਪਰੰਤ ਫਿਰ ਧੰਨ ਬਾਬਾ ਬੁੱਢਾ ਸਾਹਿਬ ਜੀ ਨੂੰ ਸਤਿਗੁਰਾਂ ਬੇਨਤੀ ਕੀਤੀ, ਬਾਬਾ ਜੀ ਅਰਦਾਸਾ ਕਰੋ, ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਦਾ ਨੀਂਹ ਪੱਥਰ ਰੱਖਣਾ ਹੈ। ਧੰਨ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਜੀ ਤੋਂ ਲੈ ਕੇ ਸ੍ਰੀ ਗੁਰੂ ਰਾਮਦਾਸ ਸਾਹਿਬ ਮਹਾਰਾਜ ਜੀ ਤੱਕ 4 ਸਤਿਗੁਰਾਂ ਦਾ ਨਾਮ ਲੈ ਕੇ ਬਾਬਾ ਬੁੱਢਾ ਸਾਹਿਬ ਜੀ ਨੇ ਅਰਦਾਸਾ ਕੀਤਾ। ਤੇ ਫਿਰ ਉਸ ਤੋਂ ਬਾਅਦ ਸਾਧ ਸੰਗਤ ਜੀ ਸਤਿਗੁਰੂ ਪਾਤਸ਼ਾਹ ਨੇ ਜਿਹੜੀ ਪਹਿਲੀ ਇੱਟ ਹੈ ਇਹ ਆਪ ਆਪਣੇ ਕਰ ਕਮਲਾਂ ਦੇ ਨਾਲ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਦਾ ਨੀਂਹ ਪੱਥਰ ਆਪ ਸਤਿਗੁਰਾਂ ਨੇ ਰੱਖਿਆ। ਕੁਝ ਵਿਦਵਾਨਾਂ ਨੇ ਸਾਈਂ ਮੀਆਂ ਮੀਰ ਜੀ ਦਾ ਜ਼ਿਕਰ ਕੀਤਾ। ਸਾਧ ਸੰਗਤ ਜੀ ਪਹਿਲੀ ਜਿਹੜੀ ਇੱਟ ਸੀ ਇਹ ਆਪ ਗੁਰੂ ਅਰਜਨ ਦੇਵ ਸਾਹਿਬ ਜੀ ਨੇ ਆਪਣੇ ਕਰ ਕਮਲਾਂ ਨਾਲ ਰੱਖੀ ਹੈ। ਉਸ ਤੋਂ ਬਾਅਦ ਫਿਰ ਹਰਿਮੰਦਰ ਸਾਹਿਬ ਜੀ ਦਾ ਨਿਰਮਾਣ ਹੋਣਾ ਸ਼ੁਰੂ ਹੋਇਆ, ਆਰੰਭ ਹੋਇਆ। ਇਸ ਲਈ ਅੱਜ ਦੇ ਦਿਨ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਦਾ ਨੀਂਹ ਪੱਥਰ ਰੱਖਿਆ ਗਿਆ। ਆਪ ਸਮੁੱਚੀਆਂ ਸੰਗਤਾਂ ਨੂੰ ਬਹੁਤ ਬਹੁਤ ਵਧਾਈਆਂ ਹੋਣ ਜੀ। ਦੂਸਰੇ ਪਾਸੇ ਜਿਹੜਾ ਮਾਘ ਦਾ ਮਹੀਨਾ ਹੈ, ਇਸ ਦਾ ਇਤਿਹਾਸ ਸ੍ਰੀ ਅਨੰਦਪੁਰ ਸਾਹਿਬ ਜੀ ਦੇ ਨਾਲ ਆ ਕਰਕੇ ਜੁੜ ਜਾਂਦਾ। ਜਦੋਂ ਕਲੰਗੀਆਂ ਵਾਲੇ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਨੇ ਅਨੰਦਪੁਰ ਸਾਹਿਬ ਪਾਵਨ ਸਥਾਨਾਂ ਤੇ ਕਿਲੇ ਦੇ ਅੰਦਰ ਘੇਰਾਬੰਦੀ ਵਿੱਚ ਕਈ ਮਹੀਨਿਆਂ ਦਾ ਵਕਤ ਕੱਟਿਆ, ਉੱਥੇ ਭੁੱਖਣ ਭਾਣੇ ਬਹੁਤ ਸਾਰੇ ਸਿੰਘਾਂ ਨੇ ਸਾਧ ਸੰਗਤ ਜੀ ਬਿਦਾਵੇ ਵੀ ਲਿਖ ਦਿੱਤੇ ਸਨ। ਬਿਦਾਵੇ ਲਿਖ ਕਰਕੇ ਚਲੇ ਗਏ। ਉਹਦੇ ਅੰਦਰ ਕੱਲੇ ਮਾਝੇ ਦੇ ਸਿੰਘ ਨਹੀਂ ਸੀ ਬਿਦਾਵਾ ਲਿਖਣ ਵਾਲੇ। ਬਿਦਾਵੇ 2 ਥਾਂ ਤੇ ਲਿਖੇ ਗਏ ਨੇ। ਜਦੋਂ ਅਨੰਦਪੁਰ ਦੇ ਅੰਦਰ ਬਿਦਾਵਾ ਲਿਖਿਆ, ਉੱਥੇ ਮਾਝੇ, ਮਾਲਵੇ, ਦੁਆਬੇ, ਹੋਰ ਕਾਬਲ, ਕੰਧਾਰ ਜਿੱਥੋਂ ਜਿੱਥੋਂ ਦੇ ਰਹਿਣ ਵਾਲੇ ਸੀ ਉਹ ਸਾਰੇ ਲਿਖ ਕੇ ਗਏ ਸਨ। ਉਹ ਸਤਿਗੁਰੂ ਪਾਤਸ਼ਾਹ ਮਹਾਰਾਜ ਸਾਹਿਬ ਜੀ ਨੂੰ ਬਿਦਾਵੇ ਦੇ ਕਰਕੇ ਆ ਗਏ। ਬਾਅਦ ਵਿੱਚ ਬੜਾ ਲੰਬਾ ਇਤਿਹਾਸ ਹੈ। 6 ਪੋਹ ਨੂੰ ਕਿਲਾ ਸਤਿਗੁਰੂ ਪਾਤਸ਼ਾਹ ਆਨੰਦਗੜ੍ਹ ਸਾਹਿਬ ਛੱਡਦੇ ਨੇ। ਉੱਥੋਂ ਜੰਗ ਸ਼ੁਰੂ ਹੋ ਜਾਂਦਾ। ਸਰਸਾ ਦੇ ਕਿਨਾਰੇ ਤੇ ਆ ਕੇ ਸਤਿਗੁਰੂ ਪਾਤਸ਼ਾਹ ਦਾ 700 ਸਿੰਘ ਸ਼ਹੀਦ ਹੋਇਆ ਸੀ ਮੈਦਾਨੇ ਜੰਗ ਵਿੱਚ। ਪਰਿਵਾਰ ਦੇ ਵਿਛੋੜੇ ਪਏ।
ਚਮਕੌਰ ਦੀ ਗੜੀ ਵਿੱਚ ਆ ਕੇ ਵੱਡੇ ਸਾਹਿਬਜ਼ਾਦੇ ਜੂਝ ਗਏ। 3 ਪਿਆਰੇ ਉੱਥੇ ਸਤਿਗੁਰੂ ਪਾਤਸ਼ਾਹ ਦੇ ਸ਼ਹਾਦਤਾਂ ਦਾ ਜਾਮ ਪੀ ਗਏ। ਬਾਕੀ ਦੇ ਸਿੰਘ ਸ਼ਹੀਦ ਹੋਏ। ਸਤਿਗੁਰੂ ਪਾਤਸ਼ਾਹ 3 ਸਿੰਘਾਂ ਦੇ ਸਮੇਤ ਮਾਛੀਵਾੜੇ ਦੇ ਜੰਗਲਾਂ ਵਿੱਚ ਹੀ ਹੁੰਦੇ ਹੋਏ ਆਲਮਗੀਰ ਦੀ ਧਰਤੀ ਹੋ ਕੇ ਰਾਏਕੋਟ ਦੀ ਧਰਤੀ ਹੁੰਦਿਆਂ ਹੋਇਆਂ ਕੋਟਕਪੂਰੇ ਦੇ ਇਲਾਕੇ ਵੱਲ ਨੂੰ ਆਏ ਨੇ। ਇੱਥੇ ਜਦੋਂ ਕੋਟਕਪੂਰੇ ਦੇ ਇਲਾਕੇ ਵਿੱਚ ਆਏ ਨੇ, ਇਹ ਵਿਸਾਖ ਦਾ ਮਹੀਨਾ ਆ ਚੁੱਕਿਆ ਸੀ ਉਸ ਵੇਲੇ, ਕਿਉਂਕਿ ਮੁਕਤਸਰ ਸਾਹਿਬ ਦਾ ਜਿਹੜਾ ਜੰਗ ਹੈ ਵਿਸਾਖ ਦੇ ਮਹੀਨੇ ਦਾ ਮੰਨਿਆ ਹੈ, ਵਿਸਾਖ ਵਿੱਚ ਹੋਇਆ ਸੀ। ਪਰੰਤੂ ਉਸ ਤੋਂ ਬਾਅਦ ਫਿਰ ਪਾਣੀ ਦੀ ਕਿੱਲਤ ਹੋਣ ਕਰਕੇ, ਘਾਟ ਹੋਣ ਕਰਕੇ ਪੰਥ ਦੇ ਅੰਦਰ ਸਿੰਘਾਂ ਨੇ ਗੁਰਮਤੇ ਕੀਤੇ ਵੀ ਪਾਣੀ ਘੱਟ ਹੈ ਇਲਾਕੇ ਦੇ ਅੰਦਰ, ਇਹ ਜਿਹੜਾ ਸ਼ਹੀਦਾਂ ਦੀ ਯਾਦ ਦਾ ਦਿਹਾੜਾ ਇਹ ਮਾਘੀ ਵਾਲੇ ਦਿਨ ਰੱਖਿਆ ਜਾਵੇ। ਫਿਰ ਇਹ ਦਿਨ ਜਿਹੜਾ ਨਿਸ਼ਚਿਤ ਸੀ ਪੰਥ ਦੇ ਵਿੱਚ ਗੁਰੂ ਦੇ ਖਾਲਸੇ ਨੇ ਗੁਰਮਤੇ ਕਰਕੇ ਇਹ ਪਰਪੱਕ ਕੀਤਾ ਸੀ। ਜਦੋਂ ਸਤਿਗੁਰੂ ਪਾਤਸ਼ਾਹ ਕੋਟਕਪੂਰੇ ਦੇ ਇਲਾਕੇ ਵਿੱਚ ਰਾਮੇਆਣੇ ਦੀ ਧਰਤੀ ਤੇ ਆਏ ਨੇ, ਤਾਂ ਸਾਧ ਸੰਗਤ ਜੀ ਉਸ ਵੇਲੇ ਜਿਹੜੇ ਇਸ ਇਲਾਕੇ ਮਾਝੇ ਦੇ ਇਲਾਕੇ ਵਿੱਚੋਂ ਕੁਝ ਸਿੰਘਾਂ ਨੂੰ ਨਾਲ ਲੈ ਕੇ ਇਲਾਕਿਆਂ ਦੇ ਪੰਚ ਸਰਪੰਚ ਜਿਹੜੇ ਮੁਖੀਏ ਸੀ, ਚੌਧਰੀ ਲੋਕ, ਇਹ ਕਹਿੰਦੇ ਸੀ ਅਸੀਂ ਗੁਰੂ ਗੋਬਿੰਦ ਸਿੰਘ ਦੇ ਨਾਲ ਜਾ ਕਰਕੇ ਮਿਲਾਂਗੇ ਤੇ ਸਤਿਗੁਰੂ ਦਾ ਸਮਝੌਤਾ ਔਰੰਗਜ਼ੇਬ ਨਾਲ ਕਰਵਾ ਦਿੰਦੇ ਹਾਂ। ਇਹਨਾਂ ਚੌਧਰੀਆਂ ਮੁਖੀਆਂ ਨੂੰ ਹੁੰਦਾ ਵੀ ਸਾਡੀ ਸਰਕਾਰੇ ਦਰਬਾਰੇ ਚੱਲਦੀ ਹੈ। ਇਹ ਰਾਮੇਆਣੇ ਦੀ ਧਰਤੀ ਤੇ ਜਾ ਕੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੂੰ ਮਿਲੇ ਨੇ ਤੇ ਜਾ ਕੇ ਬੜਾ ਅਫਸੋਸ ਇਹਨਾਂ ਨੇ ਪ੍ਰਗਟ ਕੀਤਾ। ਦੇਖੋ ਜੀ, ਆਨੰਦਪੁਰ ਸਾਹਿਬ ਜਿਹੜੀ ਜ਼ਮੀਨ ਪਿਤਾ ਗੁਰੂ ਤੇਗ ਬਹਾਦਰ ਸਾਹਿਬ ਨੇ ਮੁੱਲ ਖਰੀਦੀ, ਉਹ ਵੀ ਤੁਹਾਨੂੰ ਛੱਡਣਾ ਪਿਆ। ਮਾਤਾ ਗੁਜਰ ਕੌਰ ਜੀ ਸ਼ਹੀਦ ਹੋ ਗਏ ਨੇ, ਸਾਹਿਬਜ਼ਾਦੇ ਸ਼ਹੀਦ ਹੋ ਗਏ। 5 ਪਿਆਰਿਆਂ ਵਿੱਚੋਂ 3 ਪਿਆਰੇ ਜੂਝ ਗਏ ਨੇ। ਬੜਾ ਤੁਹਾਡਾ ਨੁਕਸਾਨ ਹੋ ਗਿਆ। ਚਲੋ ਅਸੀਂ ਤੁਹਾਡੀ ਸੂਬੇਦਾਰ ਵਜੀਦ ਖਾਂ ਦੇ ਨਾਲ ਸੁਲ੍ਹਾ ਕਰਵਾ ਦਈਏ, ਔਰੰਗਜ਼ੇਬ ਦੇ ਨਾਲ ਤੁਹਾਡੀ ਸੁਲ੍ਹਾ ਕਰਵਾ ਦਿੰਦੇ ਹਾਂ ਤੇ ਫਿਰ ਕੋਈ ਤੁਹਾਡਾ ਨੁਕਸਾਨ ਨਹੀਂ ਕਰ ਸਕੇਗਾ। ਕਲਗੀਆਂ ਵਾਲੇ ਸਤਿਗੁਰੂ ਪਾਤਸ਼ਾਹ ਮਹਾਰਾਜ ਇਹਨਾਂ ਚੌਧਰੀਆਂ ਦੇ ਬੋਲ ਸੁਣੀ ਗਏ। ਜਦੋਂ ਬੋਲ ਕੇ ਚੁੱਪ ਕਰ ਹਟੇ ਤਾਂ ਸਤਿਗੁਰੂ ਪਾਤਸ਼ਾਹ ਕਹਿੰਦੇ, ਚੌਧਰੀਓ, ਜਦੋਂ ਗੁਰੂ ਅਰਜਨ ਦੇਵ ਸਾਹਿਬ ਤਤੀਆਂ ਤਵੀਆਂ ਤੇ ਬਿਠਾ ਕੇ ਜਰਵਾਣਿਆਂ ਨੇ ਸ਼ਹੀਦ ਕਰ ਦਿੱਤੇ ਸੀ, ਤੁਸੀਂ ਕਿੱਥੇ ਗਏ ਸੀ ਉਸ ਵੇਲੇ? ਜਹਾਂਗੀਰ ਦੇ ਨਾਲ ਉਸ ਵੇਲੇ ਕਿਉਂ ਨਹੀਂ ਤੁਸਾਂ ਨੇ ਸਮਝੌਤੇ ਕਰਵਾਉਣਾ ਕੀਤੇ? ਜਦੋਂ ਪਿਤਾ ਗੁਰੂ ਤੇਗ ਬਹਾਦਰ ਸਾਹਿਬ ਦਾ ਸੀਸ ਦਿੱਲੀ ਦੇ ਚਾਂਦਨੀ ਚੌਂਕ ਵਿੱਚ ਕੱਟਿਆ ਗਿਆ, ਉਦੋਂ ਕਿੱਥੇ ਗਏ ਸੀ ਸਮਝੌਤੇ ਕਰਵਾਉਣ ਵਾਸਤੇ? ਕਿਉਂ ਨਹੀਂ ਤੁਸੀਂ ਅੱਗੇ ਆਏ? ਸਾਨੂੰ ਕੋਈ ਲੋੜ ਨਹੀਂ ਤੁਹਾਡੇ ਵਰਗਿਆਂ ਦੀ। ਫਿਰ ਇਹਨਾਂ ਖਿਜਿਆ ਹੋਇਆਂ ਕਿਹਾ ਸੀ ਵੀ ਸਾਡੀ ਗੁਰੂ ਨੇ ਬੇਇੱਜ਼ਤੀ ਕਰ ਦਿੱਤੀ। ਇਹ ਨਰਾਦਰ ਵੀ ਬੜੀ ਛੇਤੀ ਮੰਨਦੇ ਨੇ ਜਿਹੜੇ ਚੌਧਰੀ ਲੋਕ ਹੁੰਦੇ। ਕਹਿੰਦੇ ਜੀ ਜੇ ਇਸ ਤਰ੍ਹਾਂ ਤੁਸੀਂ ਸਾਨੂੰ ਬੋਲਦੇ ਤੇ ਤੁਸੀਂ ਸਾਡੇ ਗੁਰੂ ਨਹੀਂ ਤੇ ਅਸੀਂ ਤੁਹਾਡੇ ਸਿੱਖ ਨਹੀਂ। ਫਿਰ ਉੱਥੇ ਰਾਮੇਆਣੇ ਦੀ ਧਰਤੀ ਤੇ ਕਲਗੀਆਂ ਵਾਲੇ ਸਤਿਗੁਰਾਂ ਨੇ ਕਿਹਾ ਸੀ, ਇਸ ਤਰ੍ਹਾਂ ਕਹਿਣ ਨਾਲ ਗੱਲ ਨਹੀਂ ਬਣਨੀ ਚੌਧਰੀਓ, ਜੇ ਤੁਸੀਂ ਸਾਡੇ ਸਿੱਖ ਨਹੀਂ ਤੇ ਅਸੀਂ ਤੁਹਾਡੇ ਗੁਰੂ ਨਹੀਂ ਤੇ ਕਾਗਜ਼ਾਂ ਤੇ ਲਿਖ ਦਿਓ। ਫਿਰ ਉੱਥੇ ਇਹ ਬਦਾਵਾ ਲਿਖਿਆ ਸੀ ਰਾਮੇਆਣੇ ਦੀ ਧਰਤੀ ਤੇ। ਜਿਹੜਾ ਆਨੰਦਪੁਰ ਦੇ ਅੰਦਰ ਬਦਾਵੇ ਲਿਖੇ ਸੀ, ਉਹ ਕਲਗੀਆਂ ਵਾਲੇ ਸਤਿਗੁਰੂ ਪਾਤਸ਼ਾਹ ਨੇ ਜਦੋਂ ਚਮਕੌਰ ਦੀ ਗੜੀ ਤਾੜੀ ਮਾਰ ਕੇ ਨਿਕਲੇ ਨੇ, ਲਾਲ ਵੀ ਉੱਥੇ ਸਤਿਗੁਰੂ ਨੇ ਭੇਟਾ ਕਰ ਦਿੱਤੇ। 3 ਪਿਆਰੇ ਭੇਟਾ ਕਰ ਦਿੱਤੇ ਪੰਥ ਵਾਸਤੇ। ਜਾਨਾਂ ਤੋਂ ਪਿਆਰੇ ਸਿੰਘ ਬਾਰ ਦਿੱਤੇ। 700 ਸਿੰਘ ਸਰਸਾ ਦੇ ਕਿਨਾਰੇ ਤੇ ਸਤਿਗੁਰਾਂ ਨੇ ਬਾਰ ਦਿੱਤਾ। ਉੱਥੇ ਸਤਿਗੁਰਾਂ ਤਾੜੀ ਮਾਰ ਕੇ ਸੁਰਖਰੂ ਹੋ ਕੇ ਨਿਕਲੇ ਸੀ। ਉੱਥੇ ਤੇ ਕਲਗੀ ਜਿਗਾ ਵੀ ਪੰਥ ਨੂੰ ਦੇ ਚੁੱਕੇ ਸਨ। ਉਹ ਸਭ ਕੁਝ ਖਤਮ ਕਰ ਦਿੱਤਾ ਸੀ। ਚਮਕੌਰ ਦੀ ਗੜੀ ਵਿੱਚ ਕੋਈ ਬਦਾਵਾ ਆਨੰਦਪੁਰ ਵਾਲਾ ਨਹੀਂ ਰੱਖਿਆ ਸੀ। ਰਾਮੇਆਣੇ ਦੀ ਧਰਤੀ ਤੇ ਆ ਕੇ ਇੱਥੇ ਇਲਾਕੇ ਦੇ ਜਿਹੜੇ ਮਾਝੇ ਦੇ ਮੁਖੀ ਸੀ, ਚੌਧਰੀਆਂ ਨੇ ਬਿਦਾਵੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੂੰ ਲਿਖ ਕੇ ਦਿੱਤੇ ਸਨ। ਤੇ ਉਹ ਜਦੋਂ ਘਰਾਂ ਵਿੱਚ ਆਏ, ਫਿਰ ਮਾਤਾ ਭਾਗ ਕੌਰ ਜੀ ਝਵਾਲ ਵਾਲੇ, ਇਹਨਾਂ ਨੂੰ ਪਤਾ ਲੱਗਿਆ ਵੀ ਇਹ ਤਾਂ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਸਮਝੌਤੇ ਕਰਾਉਣ ਗਏ ਸੀ, ਇਹ ਤਾਂ ਲਿਖਤੀ ਬਦਾਵੇ ਦੇ ਕੇ ਫਿਰ ਬੇਮੁਖ ਹੋ ਕੇ ਆ ਗਏ ਨੇ। ਫਿਰ ਮਾਤਾ ਜੀ ਨੇ ਇੱਥੋਂ ਸਾਧ ਸੰਗਤ ਜੀ ਚਾਲੇ ਮਾਰੇ ਸਨ। ਸਿੰਘਾਂ ਦੀ ਕਮਾਨ ਮਾਤਾ
ਭਾਗ ਕੌਰ ਜੀ ਨੇ ਉਸ ਵੇਲੇ ਕੀਤੀ ਸੀ। ਸਾਰੇ ਸਿੰਘਾਂ ਨੂੰ ਲੈ ਕੇ ਜਦੋਂ ਮਾਤਾ ਜੀ ਉਸ ਇਲਾਕੇ ਵੱਲ ਨੂੰ ਗਏ ਨੇ, ਰਾਮੇ ਆਣੇ ਦੀ ਧਰਤੀ ਵੱਲ ਨੂੰ, ਉੱਥੋਂ ਪਤਾ ਲੱਗਿਆ ਕਿ ਸਤਿਗੁਰੂ ਜੀ ਤਾਂ ਅੱਗੇ ਖਦਰਾਣੇ ਦੀ ਢਾਬ ਵੱਲ ਚਲੇ ਗਏ ਨੇ। ਇਹ ਖਿੱਦੂ ਦੀ ਢਾਬ ਸੀ, ਬਾਅਦ ਵਿੱਚ ਇਹਨੂੰ ਖਦਰਾਣੇ ਦੀ ਢਾਬ ਕਹਿਣ ਲੱਗ ਪਏ ਤੇ ਅੱਜ ਸ੍ਰੀ ਮੁਕਤਸਰ ਸਾਹਿਬ ਉਹ ਸਥਾਨ ਦਾ ਨਾਮ ਹੈ। ਤੇ ਜਦੋਂ ਸਤਿਗੁਰੂ ਪਾਤਸ਼ਾਹ ਉਸ ਇਲਾਕੇ ਦੇ ਵਿੱਚ ਗਏ ਨੇ ਤਾਂ ਪਿੱਛੋਂ ਵਜੀਦ ਖਾਨ ਦੀ 20,000 ਦੀ ਗਿਣਤੀ ਵਿੱਚ ਸੈਨਾ ਪਿੱਛਾ ਕਰਦੀ ਹੋਈ ਪਿੰਡਾਂ ਵਿੱਚੋਂ ਸਤਿਗੁਰਾਂ ਦੀਆਂ ਪੈੜਾਂ ਲੱਭਦੀ ਕੋਟ ਕਪੂਰੇ, ਇੱਥੇ ਕਪੂਰੇ ਕੋਲ ਆਈ ਹੈ। ਕਪੂਰੇ ਨੂੰ ਨਾਲ ਲਿਆ ਹੈ। ਫਿਰ ਖਿਦਰਾਣੇ ਦੀ ਢਾਬ ਦੇ ਵੱਲ ਨੂੰ ਇਹ ਸੈਨਾ ਚੜ੍ਹਾਈ ਕਰਕੇ ਤੁਰੀ ਤੇ ਜਦੋਂ ਗੁਰੂ ਦਿਆਂ ਸਿੰਘਾਂ ਨੇ ਦਰਖਤਾਂ ਤੇ ਚੜ੍ਹ ਕੇ ਵੇਖਿਆ, ਕਹਿਣ ਲੱਗੇ, ਮਹਾਰਾਜ ਜਾਪਦਾ ਸੈਨਾ ਆ ਗਈ ਔਰੰਗਜ਼ੇਬ ਦੀ, ਵਜੀਦ ਖਾਨ ਦੀ। ਕਲੰਗੀਆਂ ਵਾਲੇ ਸਤਿਗੁਰੂ ਹੱਸ ਕੇ ਕਹਿਣ ਲੱਗੇ, ਕੀ ਹੋਇਆ ਜੇ ਜ਼ਾਲਮਾਂ ਦੀ ਸੈਨਾ ਆ ਗਈ, ਇਹਨਾਂ ਨੂੰ ਰੋਕਣ ਵਾਲੇ ਵੀ ਆ ਰਹੇ ਨੇ। ਉਹ ਇਸ਼ਾਰਾ ਕੀਤਾ ਸੀ ਮਾਤਾ ਭਾਗ ਕੌਰ ਜੀ, ਭਾਈ ਮਹਾਂ ਸਿੰਘ ਜੀ ਵਰਗੇ ਸੂਰਮਿਆਂ ਦੇ ਵੱਲ। ਇਸ ਇਲਾਕੇ ਦੇ ਜਿਹੜੇ ਇਹ ਸੂਰਮੇ ਗਏ ਨੇ ਤੇ ਇਹ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਨੇੜੇ ਜਾਣਾ ਚਾਹੁੰਦੇ ਨੇ। ਇੰਨੇ ਸਮੇਂ ਨੂੰ ਜਿਹੜੀ ਸੈਨਾ ਵੀ ਨੇੜੇ ਆ ਚੁੱਕੀ ਸੀ। ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਦੇ ਤੱਕ ਸੈਨਾ ਨਾ ਪਹੁੰਚਦੀ ਕਰੀਏ। ਫਿਰ ਇਹਨਾਂ ਨੇ ਸਿੰਘਾਂ ਨੇ ਕੀ ਕੀਤਾ, ਆਪਣੇ ਜਿਹੜੇ ਬਸਤਰ ਸੀ ਝਾੜੀਆਂ ਤੇ ਪਾ ਦਿੱਤੇ। ਭੁਲੇਖਾ ਲੱਗੇ ਸੈਨਾ ਨੂੰ ਕਿ ਗੁਰੂ ਗੋਬਿੰਦ ਸਿੰਘ ਦਾ ਦਲ ਇੱਧਰ ਅਟਕਿਆ ਹੋਇਆ। ਕਲੰਗੀਆਂ ਵਾਲੇ ਸਤਿਗੁਰੂ ਪਾਤਸ਼ਾਹ ਟਿੱਬੀ ਸਾਹਿਬ ਵਾਲੇ ਸਥਾਨ ਤੇ ਬੈਠੇ ਨੇ। ਇੱਧਰ ਗੁਰੂ ਦੇ ਖਾਲਸੇ ਨੇ ਮੈਦਾਨੇ ਜੰਗ ਦੇ ਅੰਦਰ ਛਾਤੀਆਂ ਢਾਹ ਦਿੱਤੀਆਂ ਜਾ ਕਰਕੇ ਜ਼ਾਲਮਾਂ ਦਾ ਨਾਸ ਕਰਨ ਲੱਗੇ ਨੇ। ਤੇ ਉੱਥੇ ਸਾਧ ਸੰਗਤ ਜੀ ਜਦੋਂ ਮਹਾਨ ਇਹ ਜੰਗ ਹੋਇਆ, ਕਲੰਗੀਆਂ ਵਾਲੇ ਸਤਿਗੁਰੂ ਟਿੱਬੀ ਸਾਹਿਬ ਸਥਾਨ ਤੋਂ ਤੀਰਾਂ ਦੀ ਵਰਖਾ ਕਰਦੇ ਨੇ। ਜ਼ੁਲਮੀਆਂ ਦਾ ਬਹੁਤ ਜ਼ਿਆਦਾ ਨੁਕਸਾਨ ਹੋਇਆ। ਉਹਨਾਂ ਨੁਕਸਾਨ ਤਲਵਾਰਾਂ ਦੇ ਨਾਲ, ਤੀਰਾਂ ਦੇ ਨਾਲ ਨਹੀਂ ਹੋਇਆ, ਜਿੰਨਾ ਨੁਕਸਾਨ ਉਹਨਾਂ ਦਾ ਪਾਣੀ ਦੀ ਪਿਆਸ ਨੇ ਕਰ ਦਿੱਤਾ। ਜਦੋਂ ਭਾਰੀ ਸੈਨਾ ਮਰ ਗਈ ਵਜੀਦ ਖਾਨ ਦੀ ਤਾਂ ਕਪੂਰੇ ਨੂੰ ਪੁੱਛਦਾ, ਵਜੀਦਾ ਕਪੂਰਿਆ, ਪਾਣੀ ਪੀਣ ਵਾਸਤੇ ਕਿੰਨੀ ਕੁ ਦੂਰ ਜਾਣਾ ਪਵੇਗਾ? ਤਾਂ ਕਪੂਰਾ ਜਿਹੜਾ ਸੀ ਇਲਾਕੇ ਦਾ ਭੇਤੀ ਸੀ, ਕਹਿਣ ਲੱਗਿਆ, ਜੀ 30 ਕੋਹ ਦੇ ਤੱਕ ਪਾਣੀ ਨਹੀਂ ਕਿਤੇ ਮਿਲੇਗਾ। ਜੇ ਮਗਰ ਹਟਦੇ ਹਾਂ ਤੇ 10 ਕੋਹ ਤੇ ਪਾਣੀ ਮਿਲ ਸਕਦਾ। ਇਹ ਸੈਨਾ ਜਿਹੜੀ ਹੈ ਜਿਉਂਦੀ, ਇਹਨੂੰ ਸਾਂਭ ਲਈਏ, ਮਰਿਆ ਹੋਇਆਂ ਨੂੰ ਛੱਡੀਏ। ਫਿਰ ਉੱਥੇ ਜਿਹੜਾ ਵਜੀਦ ਖਾਨ ਸੀ ਸਾਧ ਸੰਗਤ, ਇਹ ਆਪਣੀ ਸੈਨਾ ਵਾਪਸ ਲੈ ਕੇ ਮਗਰ ਨੂੰ ਆ ਗਿਆ। ਇਹਨੇ ਸੋਚਿਆ ਕਿ ਜਿੰਨੇ ਇਹ ਸਿੰਘ ਸ਼ਹੀਦ ਹੋਏ ਨੇ ਮੈਦਾਨੇ ਜੰਗ ਵਿੱਚ, ਇਹਨਾਂ ਵਿੱਚ ਹੀ ਗੁਰੂ ਗੋਬਿੰਦ ਸਿੰਘ ਹੋਣਗੇ। ਆਪਾਂ ਨੂੰ ਇਨਾਮ ਮਿਲੇਗਾ, ਔਰੰਗਜ਼ੇਬ ਦੇ ਕੋਲੋਂ ਦੱਸਾਂਗੇ ਜਾ ਕੇ ਕਿ ਗੁਰੂ ਗੋਬਿੰਦ ਸਿੰਘ ਨੂੰ ਅਸਾਂ ਸ਼ਹੀਦ ਕਰ ਦਿੱਤਾ ਹੈ। ਜਦੋਂ ਸਾਧ ਸੰਗਤ ਤੇ ਸੈਨਾ ਵਾਪਸ ਆ ਗਈ ਤਾਂ ਜੰਗ ਜਿਹੜਾ ਸ਼ਾਂਤ ਹੋਇਆ। ਕਲੰਗੀਆਂ ਵਾਲੇ ਗੁਰੂ ਗੋਬਿੰਦ ਸਿੰਘ ਮਹਾਰਾਜ ਟਿੱਬੀ ਸਾਹਿਬ ਵਾਲੇ ਸਥਾਨ ਤੋਂ ਆਪ ਮੈਦਾਨੇ ਜੰਗ ਵੱਲ ਨੂੰ ਆ ਰਹੇ ਨੇ। ਚਰਨਾਂ ਚੋਂ ਜੋੜਾ ਸਤਿਗੁਰਾਂ ਨੇ ਲਾ ਦਿੱਤਾ। ਸਿੰਘਾਂ ਦੀ ਪਹਿਚਾਣ ਕਰਦੇ ਵੇਖਦੇ ਨੇ ਤੇ ਕੱਲੇ ਕੱਲੇ ਸਿੰਘ ਦਾ ਜਿਹੜਾ ਚਿਹਰਾ ਰੁਮਾਲ ਦੇ ਨਾਲ ਸਾਫ਼ ਕਰਕੇ ਅੱਗੇ ਤੁਰ ਜਾਂਦੇ ਨੇ। ਸਿੰਘ ਸ਼ਹੀਦ ਹੋਏ ਪਏ ਨੇ, ਛਾਤੀਆਂ ਵਿੱਚ ਤੀਰ ਲੱਗੇ ਹੋਏ ਨੇ, ਤਲਵਾਰਾਂ ਦੇ ਫੱਟ ਹਨ। ਤੇ ਚਲਦਿਆਂ ਚਲਦਿਆਂ ਉੱਥੇ ਪਹੁੰਚੇ ਜਿੱਥੇ ਮਾਤਾ ਭਾਗ ਕੌਰ ਜੀ ਡਿੱਗੇ ਨੇ। ਉਹਨਾਂ ਨੂੰ ਸਤਿਗੁਰੂ ਪਾਤਸ਼ਾਹ ਮਹਾਰਾਜ ਸਾਹਿਬ ਜੀ ਨੇ ਚੇਤਨਤਾ ਬਖਸ਼ੀ ਤੇ ਨਾਲ ਬ੍ਰਹਮ ਗਿਆਨ ਦੀ ਦਾਤ ਬਖਸ਼ਿਸ਼ ਕਰ ਦਿੱਤੀ। ਅੱਗੇ ਜਾ ਕੇ ਗੁਰੂ ਕਲਗੀਧਰ ਦਸ਼ਮੇਸ਼ ਪਿਤਾ ਸਤਿਗੁਰੂ ਜੀ ਉਸ ਜਗ੍ਹਾ ਤੇ ਖੜ ਗਏ ਨੇ ਜਿੱਥੇ ਭਾਈ ਮਹਾਂ ਸਿੰਘ ਜੀ ਡਿੱਗੇ ਪਏ ਨੇ। ਤੀਰ ਵੱਜੇ ਹੋਏ ਨੇ, ਤਲਵਾਰਾਂ ਦੇ ਫੱਟ, ਜ਼ਖਮਾਂ ਵਿੱਚੋਂ ਖੂਨ ਚੱਲਦਾ ਪਿਆ। ਸਵਾਸ ਨਹੀਂ ਹਾਲੇ ਨਿਕਲੇ, ਸਹਿਕਦੇ ਹਨ। ਨੇਤਰ ਕਦੇ ਖੁੱਲ ਜਾਂਦੇ, ਕਦੇ ਬੰਦ ਹੋ ਜਾਂਦੇ ਨੇ। ਤਾਂ ਉਸ ਵੇਲੇ ਸਾਧ ਸੰਗਤ ਗੁਰੂ ਗੋਬਿੰਦ ਸਿੰਘ ਮਹਾਰਾਜ ਸਾਹਿਬ ਜੀ ਜਦੋਂ ਭਾਈ ਮਹਾਂ ਸਿੰਘ ਦੇ ਕੋਲ ਪਹੁੰਚੇ ਨੇ, ਸਤਿਗੁਰਾਂ ਨੇ ਜਾ ਕਰਕੇ ਉਹਨਾਂ ਦਾ ਸੀਸ ਚੁੱਕਿਆ, ਆਪਣੇ ਪੱਟ ਦੇ ਉੱਤੇ ਰੱਖ ਕਰਕੇ ਰੁਮਾਲ ਦੇ ਨਾਲ ਸਤਿਗੁਰਾਂ ਨੇ ਚਿਹਰਾ ਸਾਫ਼ ਕੀਤਾ ਹੈ। ਅਰਦਾਸਾਂ ਕਰਦੇ ਸੀ ਭਾਈ ਮਹਾਂ ਸਿੰਘ ਜੀ, ਸਤਿਗੁਰੂ ਪਾਤਸ਼ਾਹ ਬਖਸ਼ ਲਓ। ਜਿਹੜੇ ਬਿਦਾਵੇ ਲਿਖ ਕੇ ਨੇ ਚੌਧਰੀ ਲੋਕ, ਕਿਰਪਾ ਕਰਕੇ ਮਹਾਰਾਜ ਉਹ ਬਿਦਾਵਿਆਂ ਨੂੰ ਪਾੜ ਦਿਓ।
ਘਟ ਘਟ ਕੇ ਅੰਤਰ ਕੀ ਜਾਣਤ, ਭਲੇ ਬੁਰੇ ਕੀ ਪੀਰ ਪਛਾਨਤ। ਸਤਿਗੁਰੂ ਪਾਤਸ਼ਾਹ ਮਹਾਰਾਜ ਪਹੁੰਚੇ, ਜਦੋਂ ਉਹਨਾਂ ਦਾ ਚਿਹਰਾ ਸਾਫ਼ ਕੀਤਾ ਰੁਮਾਲ ਦੇ ਨਾਲ, ਜਲ ਦੇ ਛਿੱਟੇ ਮਾਰੇ ਨੇ, ਸੁਰਤ ਵਿੱਚ ਆਏ ਭਾਈ ਮਹਾਂ ਸਿੰਘ ਜੀ। ਸਤਿਗੁਰੂ ਪਾਤਸ਼ਾਹ ਮਹਾਰਾਜ ਕਹਿੰਦੇ ਨੇ, ਮਹਾਂ ਸਿੰਘ ਮੈਂ ਆ ਗਿਆ, ਤੂੰ ਯਾਦ ਕਰਦਾ ਹੈ। ਫਿਰ ਉਹ ਵੈਰਾਗ ਜਾਗਿਆ ਤੇ ਫਿਰ ਨੇਤਰ ਬੰਦ ਹੋ ਗਏ, ਆਂਸੂ ਨੇਤਰਾਂ ਚੋਂ ਡਿੱਗਣ ਲੱਗ ਪਏ। ਸਤਿਗੁਰੂ ਨਾਲੇ ਤੇ ਹੰਝੂ ਪੂੰਝਦੇ ਨੇ ਭਾਈ ਮਹਾਂ ਸਿੰਘ ਦੇ, ਪੁੱਛਦੇ ਨੇ, ਮਹਾਂ ਸਿੰਘ ਤੈਨੂੰ ਕੀ ਚਾਹੀਦਾ? ਤੇਰਾ ਜਿਹੜਾ ਤਨ ਸੁਰਜੀਤ ਕਰਦਿਆਂ, ਤੈਨੂੰ ਸਡੌਲਤਾ ਦੇ ਦਿਆਂ, ਬਲ ਦੇ ਦਿਆਂ, ਰੂਹਾਨੀ ਜਿਸਮਾਨੀ ਤਾਕਤਾਂ ਤੈਨੂੰ ਦੇ ਦਿਆਂ, ਰਿੱਧੀਆਂ ਸਿੱਧੀਆਂ ਦੇ ਦਿਆਂ, ਦੁਨੀਆ ਦਾ ਰਾਜ ਕੀ ਤੈਨੂੰ ਇੰਦਰਪੁਰੀ ਦਾ ਰਾਜ ਦੇ ਦਿਆਂ। ਤੇ ਉਸ ਵੇਲੇ ਕਿਹਾ ਸੀ ਭਾਈ ਮਹਾਂ ਸਿੰਘ ਨੇ, ਰਾਜ ਨਾ ਚਾਹੂੰ ਮੁਕਤ ਨਾ ਚਾਹੂੰ, ਮਨ ਪ੍ਰੀਤ ਚਰਨ ਕਮਲਾਰੇ। ਮਹਾਰਾਜ ਕਿਸੇ ਰਾਜ ਦੀ ਲੋੜ ਨਹੀਂ ਹੈ, ਕਿਉਂਕਿ ਬਾਕੀ ਦੇ ਜਿਹੜੇ ਸਿੰਘ ਸਾਧ ਸੰਗਤ ਜੀ ਮੈਦਾਨੇ ਜੰਗ ਵਿੱਚ ਧਰਮ ਯੁੱਧ ਕਰਦੇ ਸ਼ਹੀਦੀਆਂ ਪਾ ਗਏ। ਜਦੋਂ ਰੂਹਾਂ ਸੱਚਖੰਡ ਜਾਂਦੀਆਂ ਤੇ ਦਰਵਾਜ਼ੇ ਬੰਦ ਹੋ ਜਾਂਦੇ ਨੇ। ਉਹਦਾ ਕਾਰਨ ਸੀ, ਜੇ ਕੋ ਗੁਰ ਤੇ ਬੇਮੁਖ ਹੋਵੇ, ਬਿਨ ਸਤਿਗੁਰ ਮੁਕਤ ਨਾ ਪਾਵੇ। ਗੁਰੂ ਨੂੰ ਬੇਦਾਵੇ ਦੇ ਕੇ ਜਿਹੜੇ ਗੁਰੂ ਤੋਂ ਬੇਮੁਖ ਹੋ ਚੁੱਕੇ ਨੇ, ਸੱਚਖੰਡ ਦੇ ਦਰਵਾਜ਼ੇ ਕਿਵੇਂ ਖੋਲ੍ਹਣ? ਉਹ ਰੂਹਾਂ ਕਹਿੰਦੀਆਂ ਸੀ, ਮਹਾਂ ਸਿੰਘ ਦੇਖੀ ਲੰਬੀ ਕਿਤੇ ਉਮਰ ਨਾ ਮੰਗ ਲਵੀਂ, ਕਿਤੇ ਗੁਰੂ ਦੇ ਕੋਲੋਂ ਦੁਨੀਆ ਦਾ ਤਰਲੋਕੀ ਦਾ ਰਾਜ ਨਾ ਮੰਗ ਲਵੀਂ। ਗੁਰੂ ਕਲਗੀਧਰ ਜੀ ਨੇ ਜੋ ਮੰਗੇਗਾ ਤੇਰੀ ਝੋਲੀ ਪਾ ਦੇਣਾ। ਇਹ ਬੇਦਾਵਾ ਪੜਵਾ ਲੈ ਤੇ ਸੱਚਖੰਡ ਦੇ ਦਰਵਾਜ਼ੇ ਆਪਣੇ ਵਾਸਤੇ ਖੁੱਲ੍ਹ ਜਾਣਗੇ, ਨਹੀਂ ਤੇ ਦਰਵਾਜ਼ੇ ਬੰਦ ਪਏ ਨੇ। ਫਿਰ ਉੱਥੇ ਭਾਈ ਮਹਾਂ ਸਿੰਘ ਨੇ ਹੱਥ ਜੋੜ ਕੇ ਕਿਹਾ, ਮਹਾਰਾਜ ਰਾਮੇ ਆਣੇ ਦੀ ਧਰਤੀ ਤੇ ਚੌਧਰੀਆਂ ਦੇ ਲਿਖੇ ਬੇਦਾਵੇ ਕਿਰਪਾ ਕਰਕੇ ਪਾੜ ਦਿਓ। ਸਤਿਗੁਰੂ ਪਾਤਸ਼ਾਹ ਨੇ ਜਦੋਂ ਇੰਨੇ ਬਚਨ ਸੁਣੇ, ਮਹਾਂ ਸਿੰਘ ਦੇ ਕਮਰ ਕਸੇ ਵਿੱਚੋਂ ਉਹ ਬੇਦਾਵਾ ਕੱਢਿਆ ਤੇ ਸਤਿਗੁਰਾਂ ਨੇ ਨੇਤਰਾਂ ਦੇ ਸਾਹਮਣੇ ਪਾੜ ਦਿੱਤਾ। ਟੂਟੀ ਗੰਢ ਨਹਾਰ ਗੋਪਾਲ, ਸਰਬ ਜੀਆਂ ਆਪੇ ਪ੍ਰਤਪਾਲ। ਤੇ ਸਤਿਗੁਰੂ ਪਾਤਸ਼ਾਹ ਨੇ ਉੱਥੇ ਫਿਰ ਜਿਹੜੀ ਟੁੱਟੀ ਹੋਈ ਸੀ ਸਿੱਖਾਂ ਦੀ ਪ੍ਰੀਤੀ, ਉਹ ਸਤਿਗੁਰਾਂ ਨੇ ਗੰਢ ਦਿੱਤੀ। ਨਾਲ ਭਾਈ ਮਹਾਂ ਸਿੰਘ ਨੂੰ ਸਤਿਗੁਰਾਂ ਬਚਨ ਕੀਤੇ, ਭਾਈ ਮਹਾਂ ਸਿੰਘ ਤੂੰ ਧਨ ਹੈ, ਜਿਹਨੇ ਸਾਰੇ ਮਾਝੇ ਦੇ ਇਲਾਕਿਆਂ ਦੀ ਪੱਤ ਇੱਜ਼ਤ ਰੱਖ ਲਈ। ਤੁਸਾਂ ਨੇ ਚੌਧਰੀ ਬਦਾਵਾ ਦੇ ਗਏ ਸਨ ਤੇ ਤੁਹਾਨੂੰ ਕੀ ਲੋੜ ਸੀ ਬਦਾਵੇ ਪੜਵਾਉਣ ਦੀ? ਗੁਰੂ ਦੇ ਸਿੱਖ ਪਰਉਪਕਾਰੀ ਹੁੰਦੇ ਨੇ। ਧੰਨਤਾ ਦੇ ਯੋਗ ਕਿਹਾ। ਫਿਰ ਸਤਿਗੁਰੂ ਪਾਤਸ਼ਾਹ ਮਹਾਰਾਜ ਨੇ ਸੀਸ ਤੇ ਹੱਥ ਰੱਖਿਆ। ਗੋਦ ਵਿੱਚ ਭਾਈ ਮਹਾਂ ਸਿੰਘ ਨੇ ਕਲਗੀਆਂ ਵਾਲੇ ਸਤਿਗੁਰਾਂ ਦੇ ਪੱਟ ਦੇ ਉੱਤੇ ਸਿਰ ਰੱਖ ਕੇ ਆਪਣਾ ਅੰਤਲਾ ਸਵਾਸ ਜਿਹੜਾ ਸਰੀਰ ਚੋਂ ਕੱਢ ਲਿਆ। ਇਹ ਰੂਹਾਂ ਸਾਰੀਆਂ ਸੱਚਖੰਡ ਨੂੰ ਚਲੀਆਂ ਗਈਆਂ। ਇਹਨਾਂ ਦਾ ਜਿਹੜਾ ਅੰਤਮ ਸੰਸਕਾਰ ਸੀ ਫਿਰ ਆਪ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਕੀਤਾ। ਚਿਖਾ ਵੀ ਆਪ ਚਿਣੀ ਸਤਿਗੁਰਾਂ ਨੇ ਸਿੰਘਾਂ ਨੂੰ ਨਾਲ ਲੈ ਕਰਕੇ। ਫਿਰ ਉਹਨਾਂ ਦੇ ਅੰਤਮ ਜਿਹੜੇ ਅਰਦਾਸੇ ਸੀ ਗਲ ਵਿੱਚ ਪੱਲਾ ਪਾ ਕੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਆਪ ਕੀਤੇ। 40 ਮੁਕਤਿਆਂ ਦੀ ਇੱਕੋ ਚਿਖਾ ਦੇ ਉੱਤੇ ਸਰੀਰ ਰੱਖ ਕਰਕੇ ਅਰਦਾਸ ਕਰਨ ਤੋਂ ਬਾਅਦ ਸਤਿਗੁਰਾਂ ਨੇ ਚੰਡਾ ਭੇਟ ਵੀ ਆਪਣੇ ਕਰ ਕਮਲਾਂ ਨਾਲ ਕੀਤਾ। ਧੰਨ ਉਹ ਗੁਰੂ ਦੇ ਪਿਆਰੇ ਗੁਰਸਿੱਖ ਜਿਨ੍ਹਾਂ ਦਾ ਅੰਤਲਾ ਸਮਾਂ ਆਪ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਸਵਾਰਦੇ ਹੋਣ। ਜਣਾ ਦਿੱਤਾ ਸਤਿਗੁਰੂ ਪਾਤਸ਼ਾਹ ਨੇ, ਪ੍ਰੈਕਟੀਕਲ ਕਰਕੇ ਵਿਖਾ ਦਿੱਤਾ। ਕਦੇ ਬਚਨ ਕਹੇ ਸੀ ਚਮਕੌਰ ਦੀ ਗੜੀ ਵਿੱਚ ਭਾਈ ਦਇਆ ਸਿੰਘ ਜੀ ਕਹਿੰਦੇ ਸੀ, ਮਹਾਰਾਜ ਪੁੱਤਰਾਂ ਦੀਆਂ ਲਾਸ਼ਾਂ ਪਈਆਂ ਨੇ, ਕਫਣੀ ਪਾ ਚੱਲੋ। ਸਤਿਗੁਰੂ ਕਹਿੰਦੇ ਕਿਹੜਾ ਮੇਰਾ ਪੁੱਤਰ ਨਹੀਂ, ਸਾਰੇ ਮੇਰੇ ਪੁੱਤਰ ਨੇ। ਭਾਈ ਦਇਆ ਸਿੰਘ ਇਹ ਸਮਾਂ ਵਕਤ ਨਹੀਂ ਹੈ। ਉੱਥੇ ਪੁੱਤਰਾਂ ਦੀਆਂ ਲਾਸ਼ਾਂ ਤੇ ਕਫਨ ਵੀ ਨਹੀਂ ਪਾਏ। ਅੱਜ ਅੰਤਮ ਅਰਦਾਸਾਂ ਵੀ ਆਪ ਕਰਦੇ ਪਏ ਸਤਿਗੁਰੂ ਪਾਤਸ਼ਾਹ ਤੇ ਉਸ ਚਿਖਾ ਨੂੰ ਚੰਡਾ ਆਪ ਭੇਟ ਕਰਦੇ ਪਏ ਨੇ। ਫਿਰ ਉਹਨਾਂ ਸ਼ਹੀਦਾਂ ਦੀਆਂ ਸਤਿਗੁਰੂ ਪਾਤਸ਼ਾਹ ਮਹਾਰਾਜ ਨੇ ਅਰਦਾਸਾਂ ਕੀਤੀਆਂ ਤੇ ਨਾਲ ਵਰ ਦਿੱਤੇ ਨੇ। ਇਹ ਖਿੱਦੂ ਖਦਰਾਣੇ ਦੀ ਢਾਬ ਨਹੀਂ ਰਹਿ ਗਈ। ਇੱਥੇ ਮੇਰੇ 40 ਸਿੰਘ ਅੱਜ ਮੁਕਤ ਹੋ ਕੇ ਸੱਚਖੰਡ ਨੂੰ ਰੂਹਾਂ ਗਈਆਂ ਨੇ। ਇਹ ਮੁਕਤੀ ਦਾ ਸਰ ਸਰੋਵਰ ਮੁਕਤ ਸਰ ਹੋਵੇਗਾ। ਜਿਹੜਾ ਇਸ ਸਰੋਵਰ ਵਿੱਚ ਬੈਠ ਕੇ ਭਾਵਨਾ ਦੇ ਨਾਲ ਉਹਨਾਂ ਸ਼ਹੀਦਾਂ ਨੂੰ ਯਾਦ ਕਰਕੇ ਇੱਕ ਜਪਜੀ ਦਾ ਪਾਠ ਕਰ ਲਵੇਗਾ, ਉਹਨੂੰ ਸੱਚਖੰਡ ਦਾ ਵਾਸੀ ਬਣਾ ਦਿਆਂਗਾ, ਮੁਕਤੀ ਦੇ ਦਿਆਂਗਾ, ਆਉਣ ਜਾਣ ਦੇ ਚੱਕਰਾਂ ਤੋਂ ਮੁਕਤ ਕਰ ਦਿਆਂਗਾ। ਇਹ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਨੇ ਬਖਸ਼ਿਸ਼ਾਂ ਕੀਤੀਆਂ ਨੇ। ਸੋ ਸਾਧ ਸੰਗਤ ਫਿਰ ਜਿਹੜੇ ਸਿੰਘਾਂ ਨੇ 5 ਕਦਮ ਅੱਗੇ ਹੋ ਕੇ ਜੰਗ ਕੀਤਾ,
ਉਹਨੂੰ ਸਤਿਗੁਰਾਂ ਨੇ ਨਮਾਜ਼ਿਆ ਸੀ, ਇਹ ਮੇਰਾ 5 ਹਜ਼ਾਰੀ ਹੈ। ਜਿਹੜਾ 20 ਕਦਮ ਅੱਗੇ ਹੋਇਆ ਮੇਰਾ 20 ਹਜ਼ਾਰੀ ਹੈ। 50 ਕਦਮ ਅੱਗੇ ਹੋ ਕੇ ਜਿਹੜਾ ਸਿੰਘ ਲੜਿਆ ਉਹਨੂੰ ਸਤਿਗੁਰਾਂ ਨੇ 50 ਹਜ਼ਾਰੀ ਹੋਣ ਦਾ ਮਾਣ ਦਿੱਤਾ। ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਤੇ ਧੰਨ ਗੁਰੂ ਦੇ ਪਿਆਰੇ ਸਿੰਘ ਜਿਹੜੇ ਗੁਰੂ ਦੇ ਵਾਸਤੇ ਆਪਾ ਕੁਰਬਾਨ ਕਰ ਗਏ, ਪ੍ਰੇਮ ਦੀਆਂ ਖੇਡਾਂ ਗੁਰੂ ਨਾਲ ਖੇਡ ਗਏ ਨੇ। ਉਹਨਾਂ ਸਮੁੱਚੇ ਸ਼ਹੀਦਾਂ ਨੂੰ ਸਾਡੀ ਸਾਰਿਆਂ ਦੀ ਸਾਧ ਸੰਗਤ ਜੀ ਦਿਲੋਂ ਜਿਹੜੀ ਇਹ ਸੱਚੀ ਸ਼ਰਧਾਂਜਲੀ ਹੋਵੇ ਸ਼ਹੀਦਾਂ ਨੂੰ, ਤੇ ਜਿਨ੍ਹਾਂ ਦੀ ਸਦਕਾ ਬਦੌਲਤ ਅੱਜ ਅਸੀਂ ਸੁੱਖ ਆਨੰਦ ਮਾਣਦੇ ਹਾਂ। ਇਹ ਸ਼ਹੀਦਾਂ ਕਰਕੇ ਸਾਰਾ ਕੁਝ ਹੈ। ਸਾਡੀ ਝੋਲੀ ਵਿੱਚ ਜੋ ਵੀ ਕੁਝ ਹੈ, ਸ਼ਹੀਦ ਸਾਡੀ ਕੌਮ ਦਾ ਸਰਮਾਇਆ ਹੋਇਆ ਕਰਦੇ ਨੇ। ਅੱਜ ਦਾ ਮਹਾਨ ਪਾਵਨ ਪਵਿੱਤਰ ਦਿਹਾੜਾ ਫਿਰ ਸਮੁੱਚੇ ਪੰਥ ਨੇ ਮਾਘੀ ਦਾ ਦਿਨ ਚੁਣਿਆ ਕਿ ਮੁਕਤਸਰ ਸਾਹਿਬ ਦੀ ਪਾਵਨ ਧਰਤੀ ਤੇ 40 ਮੁਕਤਿਆਂ ਦੀ ਯਾਦ ਵਿੱਚ ਇਹ ਮਹਾਨ ਗੁਰਮਤਿ ਸਮਾਗਮ ਹੋਇਆ ਕਰਨਗੇ, ਜੋੜ ਮੇਲੇ ਹੋਇਆ ਕਰਨਗੇ, ਸੰਗਤਾਂ ਇਕੱਤਰ ਹੋਇਆ ਕਰਨਗੀਆਂ। ਸ਼ਹੀਦਾਂ ਦੀਆਂ ਸਾਧ ਸੰਗਤ ਜੀ ਉਹਨਾਂ ਦੀਆਂ ਕੁਰਬਾਨੀਆਂ ਨੂੰ ਬੱਚਾ ਬੱਚਾ ਇੱਥੇ ਆ ਕਰਕੇ ਯਾਦ ਕਰਿਆ ਕਰੇਗਾ ਤੇ ਚਰਨਾਂ ਤੇ ਮੱਥਾ ਟੇਕਿਆ ਕਰੇਗਾ। ਸੋ ਇਸ ਲਈ ਅੱਜ ਇਹ ਮਾਘੀ ਦਾ ਜਿਹੜਾ ਦਿਹਾੜਾ ਹੈ, 5ਵੇਂ ਪਾਤਸ਼ਾਹ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਜੀ ਜੋ 12 ਮਾਹਾਂ ਦੇ ਅੰਦਰ ਮਾਘ ਦੇ ਮਹੀਨੇ ਦਾ ਉਪਦੇਸ਼ ਸਾਨੂੰ ਦੇ ਰਹੇ ਨੇ, ਪਿਆਰ ਸਤਿਕਾਰ ਨਾਲ ਸ਼ਰਵਣ ਕਰੀਏ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਮਾਘ ਮੱਜਨ ਸੰਗ ਸਾਧੂਆ। ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਮਾਘ ਦੇ ਮਹੀਨੇ ਦੁਆਰਾ ਉਪਦੇਸ਼ ਦਿੰਦੇ ਨੇ ਕਿ ਮਾਘ ਦੇ ਮਹੀਨੇ ਦੇ ਵਿੱਚ ਮੱਜਨ ਨਾਮ ਹੁੰਦਾ ਪੁਰਬਾਂ ਦਾ ਜਿਹੜਾ ਇਸ਼ਨਾਨ ਕਰਨਾ। ਸੰਗ ਸਾਧੂਆ, ਪੁਰਾਤਨ ਜਿਹੜੇ ਗੁਰੂ ਦੇ ਪਿਆਰੇ ਗੁਰਸਿੱਖ ਹੁੰਦੇ ਉਹ ਸਾਧੂਆਂ ਦੀ ਸੰਗਤ ਕਰਦੇ ਤੇ ਫਿਰ ਜਾ ਕੇ ਮੱਜਨ ਪੁਰਬਾਂ ਦੇ ਇਸ਼ਨਾਨ ਕਰਿਆ ਕਰਦੇ। ਜਿਵੇਂ ਤ੍ਰਿਵੇਣੀ ਦਾ ਇਲਾਹਾਬਾਦ ਪ੍ਰਯਾਗਰਾਜ ਦਾ ਜਿਹੜਾ ਤੀਰਥ ਹੈ, ਇਹ ਬੜਾ ਹੀ ਮਹੱਤਵ ਰੱਖਦਾ ਹੈ। ਭਾਰਦਵਾਜ ਮੁਨੀ ਹੋਏ, ਉਹਨੇ ਜਾ ਕਰਕੇ ਸਾਰੇ ਇਲਾਕੇ ਦੇ ਲੋਕਾਂ ਨੂੰ ਬੇਨਤੀਆਂ ਕਰਨੀਆਂ ਤੇ ਰਿਸ਼ੀਆਂ ਮੁਨੀਆਂ ਨੂੰ ਉੱਥੇ ਲਿਆ ਕਰਕੇ ਕਥਾ ਵਾਰਤਾ ਕਰਵਾਉਣੀਆਂ। ਉਸ ਜਲ ਦੇ ਕਿਨਾਰੇ ਬੈਠ ਕਰਕੇ ਸੰਗਤਾਂ ਗੁਰਬਾਣੀ ਸੁਣਦੀਆਂ, ਕਥਾ ਵਿਚਾਰ ਸ਼ਰਵਣ ਕਰਦੀਆਂ ਤੇ ਜੀਵਨ ਬਦਲਦੀਆਂ ਸਨ। ਤੇ ਇਸ ਲਈ ਸਾਧ ਸੰਗਤ ਜਿੱਥੇ ਉਹ ਤ੍ਰਿਵੇਣੀ ਦਾ ਬਹੁਤ ਵੱਡਾ ਮਹਾਤਮ ਹੈ, ਤੇ ਉੱਥੇ ਸਾਨੂੰ ਗੁਰਸਿੱਖਾਂ ਨੂੰ ਸਤਿਗੁਰੂ ਪਾਤਸ਼ਾਹ ਨੇ ਕੀ ਬਖਸ਼ਿਸ਼ ਕੀਤਾ ਹੈ ਕਿ ਮਾਘ ਮੱਜਨ ਸੰਗ ਸਾਧੂਆਂ। ਮਾਘ ਦਾ ਮਹੀਨਾ ਜਿਹੜਾ ਮਨੁੱਖਾ ਸਰੀਰ ਹੈ, ਤੇ ਇਸ ਦੇ ਅੰਦਰ ਫਿਰ ਜਿਹੜੇ ਸਾਧੂ ਕਮਾਈ ਵਾਲੇ ਗੁਰੂ ਦੇ ਪਿਆਰੇ ਗੁਰਸਿੱਖ ਨੇ, ਉਹਨਾਂ ਦੇ ਨਾਲ ਮਿਲ ਕਰਕੇ ਪਰਮੇਸ਼ਰ ਵਾਹਿਗੁਰੂ ਪਰਮਾਤਮਾ ਦੇ ਪਿਆਰਿਆਂ ਨਾਲ ਮਿਲ ਕੇ ਮੱਜਨ ਤੋਂ ਪੁਰਬਾਂ ਦਾ ਇਸ਼ਨਾਨ ਕਰਨਾ ਕਰ। ਉਹ ਇਸ਼ਨਾਨ ਕਿਹੜਾ ਹੈ, ਅੱਗੇ ਸਤਿਗੁਰੂ ਉਚਾਰਨ ਕਰਦੇ ਹਨ। ਧੂੜੀ ਕਰ ਇਸ਼ਨਾਨ। ਧੂੜੀ ਜਿਹੜੀ ਅਕਾਲ ਪੁਰਖ ਪਰਮਾਤਮਾ ਵਾਹਿਗੁਰੂ ਜੀ ਦਾ ਚਿੰਤਨ, ਪਰਮਾਤਮਾ ਵਾਹਿਗੁਰੂ ਜੀ ਦਾ ਸਿਮਰਨ ਹੈ, ਇਸ ਦਾ ਇਸ਼ਨਾਨ ਕਰ। ਜਾਂ ਸ਼ਰਧਾ ਰੂਪ ਜਿਹੜੀ ਧੂੜੀ ਹੈ ਗੁਰੂ ਦੇ ਪਿਆਰੇ ਗੁਰਸਿੱਖਾਂ ਦੇ ਅੰਦਰ, ਉਹਦੇ ਵਿੱਚ ਇਸ਼ਨਾਨ ਕਰ ਲੈ। ਜਿਵੇਂ ਤ੍ਰਿਵੇਣੀ ਪ੍ਰਯਾਗਰਾਜ ਤੇ ਬਣਦੀ, ਉੱਥੇ 3 ਜਿਹੜੀਆਂ ਨਦੀਆਂ ਗੰਗਾ, ਜਮਨਾ ਤੇ ਸਰਸਵਤੀ ਇਕੱਠੀਆਂ ਹੁੰਦੀਆਂ ਨੇ। ਇੱਕ ਨਦੀ ਜਿਹੜੀ ਕਿਲੇ ਦੇ ਥੱਲੋਂ ਸਰਸਵਤੀ, ਉਹ ਗੁਪਤ ਰੂਪ ਦੇ ਵਿੱਚ ਮਿਲਦੀ, ਤੇ 2 ਗੰਗਾ ਤੇ ਜਮਨਾ ਪ੍ਰਤੱਖ ਨੇ। ਇਸੇ ਤਰ੍ਹਾਂ ਮਾਘ ਦਾ ਮਹੀਨਾ ਸਾਧ ਸੰਗਤ ਜੀ ਇਹ ਮਨੁੱਖਾ ਸਰੀਰ ਹੈ। ਇਹਦੇ ਵਿੱਚ ਸੂਰਜ ਕੀ ਹੈ, ਬ੍ਰਹਮ ਗਿਆਨ ਦਾ, ਤੇ ਮਕਰ ਰਾਸ਼ੀ ਹੈ ਸ਼ਰਧਾ ਦੀ। ਤੇ ਜਿਵੇਂ ਮਕਰ ਰਾਸ਼ੀ ਦੇ ਅੰਦਰ ਸੂਰਜ ਦੇਵਤਾ ਜਾ ਕਰਕੇ ਪ੍ਰਵੇਸ਼ ਕਰਦਾ, ਇਸੇ ਤਰ੍ਹਾਂ ਜਿਹੜਾ ਬ੍ਰਹਮ ਗਿਆਨ ਹੈ ਤੇ ਇਹ ਸ਼ਰਧਾ ਵਿੱਚ ਜਾ ਕੇ ਪ੍ਰਵੇਸ਼ ਕਰੇਗਾ। ਸ਼ਰਧਾ ਬਾਨੰ ਲੱਭ ਤੇ ਗਿਆਨੰ, ਸ਼ਰਧਾ ਤੋਂ ਬਿਨਾਂ ਕਦੇ ਗਿਆਨ ਨਹੀਂ ਮਿਲਿਆ ਕਰਦਾ। ਮਨੁੱਖਾ ਸਰੀਰ ਹੈ, ਇਸ ਲਈ ਮਾਘ ਦਾ ਮਹੀਨਾ। ਤੇ ਤ੍ਰਿਵੇਣੀ ਕੀ ਹੈ, ਜਿਹੜੀ ਗੁਰੂ ਦੀ ਸਾਧ ਸੰਗਤ ਹੈ। ਇਹਦੇ ਵਿੱਚ 3 ਨਦੀਆਂ ਕਿਹੜੀਆਂ ਨੇ, ਜਿਹੜਾ ਪਰਮਾਤਮਾ ਦਾ ਨਾਮ ਸੁਣਨਾ ਹੈ, ਸ਼ਰਵਣ ਕਰਨਾ, ਇਹ ਗੰਗਾ ਹੈ। ਸੰਗਤ ਵਿੱਚ ਬੈਠ ਕੇ ਪਰਮਾਤਮਾ ਦੇ ਨਾਮ ਦਾ ਮੰਨਣ ਕਰਨਾ, ਇਹ ਜਮਨਾ ਹੈ। ਪਰਮਾਤਮਾ ਦੇ ਨਾਮ ਨੂੰ ਅੱਗੇ ਸਾਧ ਸੰਗਤ ਜੀ ਸ਼ਰਵਣ ਮੰਨਣ ਤੋਂ ਨਿਧਿਆਸਣ ਤੱਕ ਲੈ ਜਾਣਾ, ਪੁਨਾ ਪੁਨਾ ਅਭਿਆਸ ਕਰਨਾ, ਇਹ ਸਰਸਵਤੀ ਹੈ। ਜਾਂ ਇਸੇ ਤਰ੍ਹਾਂ ਜਿਵੇਂ ਉਹ ਸਰਸਵਤੀ ਗੁਪਤ ਰੂਪ ਦੇ ਵਿੱਚ ਆ ਕੇ ਮਿਲਦੀ ਹੈ,
ਪਰਮੇਸ਼ਰ ਦੇ ਨਾਮ ਦਾ ਸ਼ਰਵਣ ਤੇ ਮੰਨਣ ਕਰਕੇ ਜਿਹੜਾ ਗੁਪਤ ਪ੍ਰੇਮ ਅੰਦਰੋਂ ਪ੍ਰਗਟ ਕਰ ਲੈਣਾ ਪਰਮਾਤਮਾ ਨਾਲ, ਇਹ ਸਾਧ ਸੰਗਤ ਦੀ ਸਰਸਵਤੀ ਨਦੀ ਦੀ ਨਿਆਈ ਹੈ। ਐਸੀ ਜਿਹੜੀ ਸਾਧ ਸੰਗਤ ਦੀ ਤਰਬੇਣੀ ਹੈ, ਇਸ ਵਿੱਚ ਆ ਕਰਕੇ ਜਿਹੜੀ ਧੂੜੀ ਕਹੀਏ ਪਰਮੇਸ਼ਰ ਵਾਹਿਗੁਰੂ ਦੀ ਬੰਦਗੀ, ਪਰਮਾਤਮਾ ਦੀ ਭਗਤੀ ਕਰਕੇ ਇਸ਼ਨਾਨ ਕਰਨਾ ਕਰ। ਹਰਿ ਕਾ ਨਾਮ ਧਿਆਏ ਸੋਣਾ। ਹਰੀ ਪਰਮਾਤਮਾ ਵਾਹਿਗੁਰੂ ਜੀ ਦੇ ਨਾਮ ਨੂੰ ਤੇ ਐਸੇ ਸ਼ਰਧਾ ਤੇ ਵਿਸ਼ਵਾਸ ਰੂਪ ਕੰਨਾਂ ਦੇ ਨਾਲ ਸੁਣ, ਪਹਿਲਾਂ ਸੁਣਨਾ ਕਰ ਤੇ ਪਹਿਲਾਂ ਨਾਮ ਸੁਣੀਦਾ ਹੈ, ਫਿਰ ਉਸ ਨੂੰ ਧਿਆਤਾ ਧਿਆਨ ਧੇ ਦੇ ਦੁਆਰਾ ਏਕਤਾ ਕਰਕੇ ਬੜੀ ਇਕਾਗਰਤਾ ਦੇ ਨਾਲ ਧਿਆਉਣਾ ਕਰ। ਸਭਨਾ ਨੋ ਕਰ ਦਾਨ। ਫਿਰ ਸਭਨਾ ਸਾਰਿਆਂ ਜੀਵਾਂ ਨੂੰ ਤੂੰ ਦਾਨ ਦੇਣਾ ਕਰ। ਦਾਨ ਸਾਰਿਆਂ ਨੂੰ ਤਾਂ ਦਿੱਤਾ ਜਾ ਸਕੇਗਾ ਤੇ ਜੇ ਪਰਮਾਤਮਾ ਦੇ ਨਾਮ ਨੂੰ ਪਹਿਲਾਂ ਸੁਣੇਗਾ, ਨਾਮ ਸੁਣੇਗਾ, ਫਿਰ ਧਿਆਵੇਗਾ, ਫਿਰ ਸਾਰਿਆਂ ਵਿੱਚ ਇੱਕ ਨੂੰ ਵੇਖੇਗਾ, ਤਾਂ ਦੇਖਿਆ ਜਾਂਦਾ ਸਾਰਿਆਂ ਨੂੰ ਇੱਕ ਦ੍ਰਿਸ਼ਟੀ ਨਾਲ। ਨਹੀਂ ਤੇ ਲੰਗਰ ਦੇ ਵਿੱਚ ਵੀ ਬੰਦਾ ਨਫ਼ਰਤ ਕਰਨ ਲੱਗ ਜਾਂਦਾ, ਜੀ ਇਹ ਦੂਜੇ ਧਰਮ ਦਾ ਬੰਦਾ, ਇਹ ਸਾਡਾ ਦੁਸ਼ਮਣ ਹੈ, ਇਹ ਸਾਡਾ ਬੈਰੀ ਹੈ। ਭਾਈ ਕਨ੍ਹਈਆ ਸਾਹਿਬ ਜੀ ਵਰਗੀ ਬਿਰਤੀ ਬਣ ਜਾਵੇ ਗੁਰੂ ਦੇ ਸਿੱਖ ਦੀ, ਉਹ ਤਾਂ ਮੋਰਚਿਆਂ ਵਿੱਚ ਵੀ ਜਾ ਕੇ ਜ਼ਾਲਮਾਂ ਨੂੰ ਵੀ ਜਲ ਛਕਾਉਂਦੇ ਪਏ ਨੇ। ਪਰਮਾਤਮਾ ਦੇ ਨਾਮ ਨੂੰ ਪਹਿਲਾਂ ਸੁਣ, ਫਿਰ ਉਹਦਾ ਧਿਆਤਾ ਧਿਆਨ ਧੇ ਦੇ ਦੁਆਰਾ ਧਿਆਉਣਾ ਕਰ, ਚਿੰਤਨ ਕਰਨਾ ਕਰ, ਫਿਰ ਤੇਰੀ ਬਿਰਤੀ ਬਣ ਜਾਵੇਗੀ। ਸਾਰਿਆਂ ਨੂੰ ਯੋਗਤਾ ਦੇ ਅਨੁਸਾਰ ਤੂੰ ਦਾਨ ਦੇਣਾ ਕਰੇਗਾ। ਜਨਮ ਕਰਮ ਮਲ ਉਤਰਾ। ਜਿਹੜੀਆਂ ਜਨਮਾਂ ਜਨਮਾਂਤਰਾਂ ਦੀਆਂ ਐਸੇ ਕਰਮਾਂ ਦੀਆਂ ਮੈਲਾਂ ਲੱਗੀਆਂ ਹੋਈਆਂ, ਇਹ ਵੀ ਉਤਰ ਜਾਂਦੀਆਂ, ਲੱਥ ਜਾਂਦੀਆਂ। ਮਨ ਤੇ ਜਾਏ ਗੁਮਾਨ। ਮਨ ਦੇ ਅੰਦਰ ਜਿਹੜਾ ਗੁਮਾਨ ਬਹੁਤਾ ਹੰਕਾਰ ਕਰਦਾ ਪਿਆ, ਸ਼ੁਭ ਗੁਣਾਂ ਦਾ, ਸੁੰਦਰ ਰੂਪ ਦਾ, ਜਾਤੀ ਦਾ, ਕੋਈ ਵਿਦਿਆ ਦਾ, ਇਸ ਤਰ੍ਹਾਂ ਦੇ ਨਾਲ ਪ੍ਰਭਤਾ ਦਾ ਤੂੰ ਮਾਣ ਕਰਦਾ, ਇਹ ਸਾਰਾ ਹੀ ਗੁਮਾਨ ਤੇਰਾ ਲੱਥ ਜਾਵੇਗਾ, ਲੈ ਜਾਵੇਗਾ। ਕਾਮ ਕ੍ਰੋਧ ਨਾ ਮੋਹੀਆ। ਫਿਰ ਕਾਮ ਦੀ ਜਿਹੜੀ ਵਿਰਤੀ ਹੈ ਤੇ ਸਾਧ ਸੰਗਤ ਕ੍ਰੋਧ ਦਾ ਜਿਹੜਾ ਸੁਭਾਅ ਹੈ, ਇਹ ਤੈਨੂੰ ਆ ਕੇ ਮੋਹਿਤ ਨਹੀਂ ਕਰਨਗੇ। ਬਿਨਸੈ ਲੋਭ ਸੁਆਨ। ਜਿਹੜਾ ਸੁਆਨ ਕੂਕਰ ਦੀ ਨਿਆਈ ਲੋਭ ਚਿੰਬੜਿਆ ਹੋਇਆ ਹੈ, ਇਹ ਵੀ ਬੇਵਿਸ਼ੇਸ਼ ਕਰਕੇ ਨਸ ਜਾਵੇਗਾ। ਸੱਚਾ ਮਾਰਗ ਚਲਦਿਆ। ਸੱਚਾ ਜਿਹੜਾ ਮਾਰਗ ਭਾਉ ਭਗਤੀ ਦਾ, ਸੇਵਾ ਸਿਮਰਨ ਦਾ ਰਸਤਾ ਹੈ, ਉਸ ਦੇ ਉੱਪਰ ਤੈਨੂੰ ਚੱਲਦਿਆਂ ਹੋਇਆਂ ਉਸ ਤਤ ਕਰੇ ਜਹਾਨ। ਇਹ ਜਿਹੜਾ ਜਹਾਨ ਜਗਤ ਹੈ, ਸੰਸਾਰ ਹੈ, तमाम ਦੁਨੀਆ ਤੇਰੀ ਵਡਿਆਈ ਕਰੇਗੀ ਕਿ ਸੱਚੇ ਪਰਮਾਤਮਾ ਦੇ ਮਾਰਗ ਤੇ ਚੱਲਣ ਵਾਲਾ ਗੁਰੂ ਦਾ ਪਿਆਰਾ ਸਿੱਖ ਹੈ। 68 ਤੀਰਥ ਸਗਲ ਪੁੰਨ। 8 ਤੇ 60 ਜਿਹੜੇ 68 ਤੀਰਥ ਹਨ, ਇਹਨਾਂ ਸਾਰੇ ਤੀਰਥਾਂ ਦਾ ਜਿੰਨਾ ਵੀ तमाम ਕਹੀਏ ਪੁੰਨ ਮਹਾਤਮ ਹੈ। ਜੀ ਦਇਆ ਪਰਵਾਨ। ਜਦੋਂ ਤੂੰ ਜੀਵਾਂ ਦੇ ਉੱਤੇ ਦਇਆ ਕਰਨੀ ਕਰੇਗਾ, ਤਰਸ ਕਰੇਗਾ, ਫਿਰ 68 ਤੀਰਥਾਂ ਦਾ ਮਹਾਤਮ, ਸਾਰੇ ਪੁੰਨਾਂ ਦਾ ਫਲ ਤੇਰੀ ਝੋਲੀ ਵਿੱਚ ਆ ਕੇ ਪੈ ਜਾਵੇਗਾ। ਜਾਂ ਆਪਣੇ ਜਿਹੜਾ ਜੀ ਹਿਰਦੇ ਦੇ ਉੱਪਰ ਦਇਆ ਕਰਨੀ, ਆਪਣੇ ਆਪ ਤੇ ਤਰਸ ਕਰਨਾ, ਇਹੀ ਕਰਮ ਕੀਤਾ ਪ੍ਰਵਾਨ ਹੁੰਦਾ, ਸਫਲਾ ਹੁੰਦਾ ਹੈ। ਜਿਸਨੂੰ ਦੇਵੈ ਦਇਆ ਕਰ। ਜਿਸ ਨੂੰ ਪਰਮਾਤਮਾ ਵਾਹਿਗੁਰੂ ਆਪਣੇ ਨਾਮ ਦੀ ਦਾਤ ਦਇਆ ਕਰਕੇ ਦੇ ਦਿੰਦਾ, ਤਰਸ ਦੇ ਘਰ ਵਿੱਚ ਆ ਕੇ ਦੇ ਦਿੰਦਾ ਹੈ। ਸੋਈ ਪੁਰਖ ਸੁਜਾਨ। ਉਹੀ ਪੁਰਖ ਸਾਰਿਆਂ ਤੋਂ ਸੁਜਾਨ, ਚਤਰ ਹੈ, ਸਿਆਣਾ ਹੈ, ਸੁਗੜ ਹੈ, ਤਤ ਵੇਤਾ ਹੈ। ਜਿਨ੍ਹਾਂ ਮਿਲਿਆ ਪ੍ਰਭ ਆਪਣਾ। ਜਿਨ੍ਹਾਂ ਨੂੰ ਆਪਣਾ ਪ੍ਰਭੂ ਪਰਮਾਤਮਾ ਪਰਮੇਸ਼ਰ ਮਿਲ ਗਿਆ, ਸਾਰਿਆਂ ਦਾ ਆਪਣਾ ਆਤਮਾ ਰੂਪ ਹੈ, ਪਰੰਤੂ ਜਿਨ੍ਹਾਂ ਨੇ ਉਸ ਸਰੂਪ ਨੂੰ ਪ੍ਰਗਟ ਕਰ ਲਿਆ, ਨਾਨਕ ਤਿੰਨ ਕੁਰਬਾਨ। ਉਹਨਾਂ ਗੁਰੂ ਦੇ ਪਿਆਰਿਆਂ ਤੋਂ ਸਦਾ ਮਨ ਕਰਕੇ, ਬਾਣੀ ਕਰਕੇ, ਸਰੀਰ ਕਰਕੇ ਕੁਰਬਾਨ ਜਾਣਾ ਕਰੀਏ, ਬਲਿਹਾਰ ਜਾਈਏ। ਮਾਘ ਸੁੱਚੇ ਸੇ ਕਾਂਢੀਆ ਹੈ। ਮਾਘ ਦੇ ਮਹੀਨੇ ਦੁਆਰਾ, ਮਾਘ ਦਾ ਮਹੀਨਾ ਮਨੁੱਖਾ ਸਰੀਰ ਹੈ, ਇਸ ਸਰੀਰ ਦੇ ਅੰਦਰ ਉਹੀ ਸੁੱਚੇ ਪਵਿੱਤਰ ਜੀਵਨਾਂ ਵਾਲੇ ਕੱਢੇ ਜਾਂਦੇ, ਕਹੇ ਜਾਂਦੇ। ਜਿਨ ਪੂਰਾ ਗੁਰ ਮਿਹਰਬਾਨ। ਜਿਨ੍ਹਾਂ ਗੁਰੂ ਦੇ ਪਿਆਰਿਆਂ ਦੇ ਉੱਪਰ ਪੂਰੇ ਸਤਿਗੁਰੂ ਗੁਰੂ ਨਾਨਕ ਦੇਵ ਸਾਹਿਬ, ਧੰਨ ਗੁਰੂ ਰਾਮਦਾਸ ਸਾਹਿਬ ਮਹਾਰਾਜ, ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਮਿਹਰਬਾਨ ਹੋ ਜਾਂਦੇ ਨੇ।
ਜਦੋਂ ਗੁਰੂ ਸਾਹਿਬ ਮਿਹਰਬਾਨ ਹੋ ਜਾਂਦੇ ਸਾਧ ਸੰਗਤ ਜੀ, ਉਹਨਾਂ ਗੁਰੂ ਦੇ ਪਿਆਰਿਆਂ ਦੇ ਜੀਵਨ ਫਿਰ ਗੁਰੂ ਜੈਸੇ ਹੀ ਐਸੇ ਪਾਵਨ ਪਵਿੱਤਰ ਬਣ ਜਾਂਦੇ ਨੇ। ਹਰ ਕਾ ਸੇਵਕ ਹਰ ਹੀ ਜਿਹਾ, ਭੇਦ ਨਾ ਜਾਣੋ ਮਾਨਸ ਦੇਹਾ। ਸਤਿਗੁਰੂ ਫਿਰ ਉਹਨਾਂ ਦੇ ਅੰਦਰ ਦੈਵੀ ਗੁਣ ਸਮਾ ਦਿੰਦੇ ਹਨ। ਇਹ ਪਰਮ ਪਵਿੱਤਰ ਉਪਦੇਸ਼ ਹੁਕਮਨਾਮੇ ਦੇ ਦੁਆਰਾ ਮਾਘ ਦੇ ਮਹੀਨੇ ਦੁਆਰਾ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਜੀ ਨੇ ਸਾਨੂੰ ਬਖਸ਼ੇ ਹਨ। ਇੰਨੀ ਕੋ ਸਤਿਗੁਰੂ ਜੀ ਕਿਰਪਾ ਕਰ ਦੇਣ, ਸੁੰਦਰ ਵਿਚਾਰਾਂ ਸਾਡੇ ਮਨਾਂ ਤਨਾਂ ਵਿੱਚ ਲੀਨ ਹੋਣ, ਜਿਸ ਕਰਕੇ ਲੋਕ ਸੁਖੀਏ ਤੇ ਪਰਲੋਕ ਸਹੇਲੇ ਹੋ ਸਕੀਏ। ਅਗਿਆਤ ਵਸ ਵਿਚਾਰ ਕਰਦਿਆਂ ਹੋਈਆਂ ਭੁੱਲਾਂ ਚੁੱਕਾਂ ਦੀ ਸਮੁੱਚੀ ਸਾਧ ਸੰਗਤ ਨੇ ਕਿਰਪਾ ਕਰਕੇ ਖੇਮਾ ਬਖਸ਼ਣੀ ਜੀ। ਜਿਨ੍ਹਾਂ ਮਿਲਿਆ ਪ੍ਰਭ ਆਪਣਾ, ਨਾਨਕ ਤਿਨ ਕੁਰਬਾਨ। ਮਾਗ ਸੁੱਚੇ ਸੇ ਕਾਂਡੀਆ, ਜਿਨ ਪੂਰਾ ਗੁਰ ਮਿਹਰਬਾਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸ਼ੇਰੇ ਪੰਜਾਬ ਗੁਰਬਾਣੀ YouTube ਚੈਨਲ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਕਰੋ ਤੇ ਇਸ ਤੇ ਗੁਰਬਾਣੀ ਸ਼ਬਦ ਕੀਰਤਨ ਤੇ ਇਤਿਹਾਸ ਨਾਲ ਵੱਧ ਤੋਂ ਵੱਧ ਜੁੜ ਕੇ ਆਨੰਦ ਮਾਣੋ ਤੇ ਆਪਣੀ ਜ਼ਿੰਦਗੀ ਨੂੰ ਸਫਲ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।